ਜਨ ਭਈ ਸੇਵ ਰਹਾਉ। ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ। ਰੋਗ ਮਿਟਾਏ ਜੀਵਾਲੇ ਆਨਾ ਜਾ ਕਾ ਵੱਡ ਪ੍ਰਤਾਪ। ਦੁਖ ਹਮਾਰੇ ਬਖਸ਼ਿਆਨ ਆਪਣੀ ਕਲ ਧਾਰੀ। ਮਨ ਬਾਂਛਤ ਫਲ ਦਿੱਤੇ ਅਨ ਨਾਨਕ ਬਲਿਹਾਰੀ। ਦੁਖ ਹਮਾਰੇ ਬਖਸ਼ਿਆਨ ਆਪਣੀ ਕਲ ਧਾਰੀ। ਮਨ ਬਾਂਛਤ ਫਲ ਦਿੱਤੇ ਅਨ ਨਾਨਕ ਬਲਿਹਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਰਾਜਾ ਨਰਾਜ ਪਾਣਾਨ ਪਾਣ ਦੇਵਾਨ ਦੇਵ ਉਪਮਾ ਮਹਾਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਾਹਿਬ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰਦੇਵ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਮਿਲ ਬੈਠ ਕਰਕੇ ਪਾਵਨ ਪਵਿੱਤਰ ਅੰਮ੍ਰਿਤਮਈ ਗੁਰੂ ਕੀ ਪਾਵਨ ਪਵਿੱਤਰ ਬਾਣੀ ਦਾ ਹਰ ਜਸ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕਰ ਰਹੇ ਸਤਸੰਗੀ ਜਨੋ। ਝਿਮ ਝਿਮ ਵਰਸੈ ਅੰਮ੍ਰਿਤ ਧਾਰਾ ਮਹਵਾਕ ਅਨੁਸਾਰ। ਪਾਵਨ ਪਵਿੱਤਰ ਗੁਰਬਾਣੀ ਦੀ ਛਹਿਬਰ ਦਾ ਆਨੰਦ ਮਾਣ ਰਹੇ ਸੋ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਰਹਿਮਤ ਕੀਤੀ ਹੈ ਜੋ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਸ਼੍ਰੀ ਮੁਖਵਾਕ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਮਹਾਰਾਜ ਜੀਓ ਕੇ ਪਾਵਨ ਪਵਿੱਤਰ ਸ਼ਬਦ ਦਾ ਪਾਠ ਸਰਵਣ ਕੀਤਾ ਹੈ। ਉਸ ਪਰਿਪੂਰਨ ਪਰਮਾਤਮਾ ਜੀ ਨੇ ਆਪਣੇ ਬਾਲਕਾਂ ਦੀ ਆਪ ਰੱਖਿਆ ਕੀਤੀ ਹੈ ਤਥਾ ਮਾਲਕ ਜੀਆਂ ਨੇ ਜੋ ਰਹਿਮਤ ਕੀਤੀ ਸੁਖ ਸ਼ਾਂਤ ਸਹਿਜ ਆਨੰਦ ਭਏ। ਇਹ ਮਾਲਕ ਸੱਚੇ ਪਾਤਸ਼ਾਹ ਜੀਆਂ ਨੇ ਰਹਿਮਤ ਕਰਕੇ ਇਹ ਦਾਤ ਪੀ ਝੋਲੀ ਵਿੱਚ ਪਾਈ। ਔਰ ਜਿਹੜੇ ਜੀਵਨ ਦੇ ਅੰਦਰ ਗੁਨਾਹ ਕੀਤੇ ਹੋਏ ਸਨ ਜਿਨ੍ਹਾਂ ਬਾਬਤ ਲੋਕਾਂ ਨੇ ਕਹਿ ਦਿੱਤਾ ਕਿ ਇਹਦੇ ਜਿਹੜੇ ਗੁਨਾਹ ਹਨ ਉਹ ਬਖਸ਼ੇ ਨਹੀਂ ਜਾਣੇ, ਪਰ ਮਾਲਕ ਜੀ ਨੇ ਰਹਿਮਤ ਕੀਤੀ ਦੋਖ ਹਮਾਰੇ ਬਖਸ਼ੀਅਨ। ਜਿਹੜੇ ਕੋਈ ਬੱਜਰ ਗੁਨਾਹ ਸਨ ਮਾਲਕ ਜੀਆਂ ਦੇ ਘਰ ਜਦੋਂ ਬੇਨਤੀ ਕੀਤੀ ਉਸ ਪਰਿਪੂਰਨ ਪਰਮਾਤਮਾ ਜੀਆਂ ਨੇ ਮਾਲਕ ਜੀਆਂ ਨੇ ਦੋਖ ਹਮਾਰੇ ਬਖਸ਼ੀਅਨ ਸਾਡੇ ਦੋਖ ਵੀ ਬਖਸ਼ ਦਿੱਤੇ ਹਨ। ਦੋਖ ਵੀ ਬਖਸ਼ੇ ਮਨ ਬਾਂਛਤ ਫਲ ਦਿੱਤੇ ਹਨ ਔਰ ਮਨ ਇੱਛਤ ਜਿਹੜੀਆਂ ਮੁਰਾਦਾਂ ਸਨ ਮਾਲਕ ਜੀ ਨੇ ਉਹ ਵੀ ਪੂਰਨ ਕੀਤੀਆਂ ਹਨ।
ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਸ਼ਬਦ ਦੇ ਉਚਾਰਨ ਕਰਤਾ ਹਨ। ਰਾਗ ਬਿਲਾਵਲ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਅੱਜ ਦਾ ਸ਼ਬਦ ਆਇਆ ਹੈ। ਸੋ ਆਓ ਸਾਧ ਸੰਗਤ ਜੀਓ, ਕਰੋ ਮਨ ਬਿਰਤੀਆਂ ਨੂੰ ਇਕਾਗਰ। ਪਾਵਨ ਪਵਿੱਤਰ ਇਹ ਮਾਲਕ ਜੀਆਂ ਦੇ ਸ਼ਬਦ ਨਿਰੰਕਾਰ ਦੇ ਘਰ ਤੋਂ ਆਏ ਹੋਏ ਪਾਵਨ ਪਵਿੱਤਰ ਬੋਲ ਧੁਰਕੀ ਬਾਣੀ, ਅਕਾਲੀ ਬਾਣੀ, ਜਿਸ ਪਰਥਾਏ ਮੇਰੇ ਸਤਿਗੁਰੂ ਮਹਾਰਾਜ ਜੀ ਬਚਨ ਕਰਦੇ ਹਨ ਕਿ ਭਾਈ ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਖ ਨਾ ਮਨ ਤੇ ਟਾਰੀ ਰੇ। ਕਿ ਇਸ ਅੰਮ੍ਰਿਤਮਈ ਪਾਵਨ ਪਵਿੱਤਰ ਬਾਣੀ ਨੂੰ ਤਾਂ ਗੁਰੂ ਨੇ ਵੀ ਆਪਣੇ ਮੁਖ ਤੋਂ, ਗੁਰੂ ਨੇ ਵੀ ਆਪਣੇ ਆਪ ਤੋਂ ਕਦੇ ਬਾਣੀ ਨੂੰ ਦੂਰ ਨਹੀਂ ਕੀਤਾ। ਗੁਰ ਨਿਮਖ ਨਾਮ ਮਨ ਤੇ ਟਾਰੀ ਰੇ। ਮਨ ਤੇ ਟਾਰੀ ਰੇ ਦੇ ਅਰਥ ਕਿ ਆਪਣੇ ਆਪ ਨੂੰ, ਪਾਵਨ ਪਵਿੱਤਰ ਬਾਣੀ ਨੂੰ ਕਦੇ ਵੀ ਆਪਣੇ ਆਪ ਤੋਂ ਜੁਦਾ ਨਹੀਂ ਕੀਤਾ। ਭਾਵੇਂ ਕਿ ਸ਼ਬਦ ਦੇ ਉਚਾਰਨ ਕਰਤਾ ਮਹਾਰਾਜ ਆਪ ਹਨ, ਪਰ ਫਿਰ ਵੀ ਇਹ ਗੱਲ ਕਹਿੰਦੇ ਹਨ ਕਿ ਹਉ ਆਪੋਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮ ਆਓ ਜੀਓ। ਕਿ ਭਾਈ ਇਹ ਸਾਡਾ ਨਹੀਂ, ਇਹ ਮੈਂ ਤਾਂ ਹੁਕਮ ਦਾ ਬੱਝਾ ਹੋਇਆ ਹੀ ਕਹਿ ਰਿਹਾ ਹਾਂ। ਇਹ ਤਾਂ ਧੁਰ ਖਸਮ ਦੀ ਪਾਵਨ ਪਵਿੱਤਰ ਬਾਣੀ ਦੇ ਬਚਨ ਹਨ। ਕੈਸਾ ਅਮੋਲਕ ਖਜ਼ਾਨਾ ਮੇਰੇ ਸਤਿਗੁਰੂ ਮਹਾਰਾਜ ਜੀਆਂ ਨੇ ਮਾਨਵਤਾ ਦੇ ਲਈ, ਸਾਡੇ ਲਈ ਸਤਿਗੁਰੂ ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤਾ ਹੈ। ਜਿਵੇਂ ਬਾਬਾ ਕਬੀਰ ਸਾਹਿਬ ਜੀ ਬਚਨ ਕਰਦੇ ਹਨ ਕਿ ਭਾਗ ਵੱਡਾ ਤੇ ਪਾਇਓ, ਤੂੰ ਭਰ ਭਰ ਪੀਓ ਕਬੀਰ। ਕਿ ਬਾਬਾ ਕਬੀਰ ਸਾਹਿਬ ਆਪੇ ਨੂੰ ਮੁਖਾਤਬ ਹੁੰਦੇ ਹਨ, ਕਹਿਣ ਲੱਗੇ ਭਾਈ ਤੇਰੇ ਵੱਡੇ ਭਾਗ ਹਨ, ਤੂੰ ਬੁੱਕਾਂ ਭਰ ਭਰ ਕੇ ਇਸ ਨਿਰਮਲ ਨੀਰ ਨੂੰ ਛਕਣਾ ਕਰ। ਸਿੱਖਾ ਵੱਡੇ ਭਾਗ ਹਨ, ਇਸ ਪਾਵਨ ਪਵਿੱਤਰ ਬਾਣੀ ਦੇ ਵਿੱਚੋਂ ਤੂੰ ਆਨੰਦ ਮਾਣ। ਪਾਵਨ ਪਵਿੱਤਰ ਗੁਰਬਾਣੀ ਨੂੰ ਤੂੰ ਰਜ ਰਜ ਕੇ ਗਾਇਨ ਕਰਨਾ ਕਰ। ਸੋ ਸਤਿਗੁਰੂ ਮਹਾਰਾਜ ਜੀਆਂ ਦੇ ਆਓ ਸਾਧ ਸੰਗਤ ਜੀਓ, ਪ੍ਰਥਮ ਪਾਵਨ ਪਵਿੱਤਰ ਸ਼੍ਰੀ ਮੁਖ ਵਾਕ ਜੀ ਦੀ ਕਥਾ ਵਿਚਾਰ ਔਰ ਉਸ ਤੋਂ ਉਪਰੰਤ ਪਾਵਨ ਸਥਾਨਾਂ ਤੇ ਜੋ ਲੜੀਵਾਰ ਪਾਵਨ ਪਵਿੱਤਰ ਸ਼ਬਦਾਂ ਦੀ ਵਿਚਾਰ ਹੈ, ਆਪਾਂ ਵਿਚਾਰਾਂਗੇ। ਕਰੋ ਮਨ ਬਿਰਤੀਆਂ ਨੂੰ ਇਕਾਗਰ, ਬਖਸ਼ੋ ਆਸੀਸ। ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾਂ। ਆਪਣੇ ਬਾਲਕ ਆਪ ਰੱਖਿਆਨ, ਪਾਰ ਬ੍ਰਹਮ ਗੁਰਦੇਵ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਸ਼ਬਦ ਦੀ ਆਰੰਭਤਾ ਕੀਤੀ ਕਿ ਉਸ ਪਰਿਪੂਰਨ ਪਰਮਾਤਮਾ ਮਾਲਕ ਜੀਓ ਨੇ ਆਪਣੇ ਬਾਲਕਾਂ ਨੂੰ, ਆਪਣੇ ਬੱਚਿਆਂ ਨੂੰ ਮਾਲਕ ਜੀਆਂ ਨੇ ਪੂਰਨ ਪਾਰ ਬ੍ਰਹਮ ਗੁਰਦੇਵ ਜੀਆਂ ਨੇ ਆਪ ਹੱਥ ਦੇ ਕਰਕੇ ਰੱਖਿਆ ਹੈ। ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਬਚਨ ਹਨ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਕਿ ਜੈਸੇ ਕਾਤੀ 30-32 ਹੈ, ਵਿੱਚ ਰੱਖ ਹੈ ਮਾਸ ਰਤਨਾ ਕੇਰੀ। ਕਿ ਜਿਹੜੀ ਜੇਬਾ ਚੱਲ ਰਹੀ ਹੈ ਅੰਦਰ ਇਹਨਾਂ 32 ਦੰਦਾਂ ਦੇ ਹੇਠਾਂ, ਕਿ ਜਿਸ ਪ੍ਰਕਾਰ ਉਹ ਇੱਕ ਮਾਸ ਦਾ ਟੁਕੜਾ ਕੋਈ ਦੰਦਾਂ ਦੇ ਹੇਠਾਂ ਸਖਤ ਤੋਂ ਸਖਤ ਚੀਜ਼ ਵੀ ਆ ਜਾਏ, ਦੰਦ ਉਸ ਨੂੰ ਫੋੜ ਕੇ ਰੱਖ ਦਿੰਦੇ ਹਨ।
ਜਦੋਂ ਬੋਲਦੇ ਹਾਂ ਕਈ ਸ਼ਬਦ ਐਸੇ ਹਨ ਆਪਣੇ ਗੁਰਮੁਖੀ ਦੇ ਅੰਦਰ, ਜਿਵੇਂ ਤੱਤਾ ਥੱਥਾ ਦੱਦਾ ਇਹ ਵਾਲੇ ਅੱਖਰਾਂ ਦੇ ਜਦੋਂ ਵੀ ਆਪਾਂ ਬੋਲਾਂਗੇ, ਜਦੋਂ ਤੱਕ ਜਿਹਵਾ ਦੋਵਾਂ ਦੰਦਾਂ ਦੇ ਨਾਲ ਨਾ ਲੱਗੇਗੀ ਉਦੋਂ ਤੱਕ ਇਹ ਸ਼ਬਦ ਬੋਲੇ ਹੀ ਨਹੀਂ ਜਾਂਦੇ। ਉਹ ਪਰਿਪੂਰਨ ਪਰਮਾਤਮਾ ਜੋ ਰੱਖਣ ਵਾਲਾ ਹੈ, ਮਹਾਰਾਜ ਕਹਿੰਦੇ ਕਿਵੇਂ ਰੱਖਦਾ ਹੈ? ਜਿਵੇਂ 32 ਦੰਦਾਂ ਦੇ ਹੇਠਾਂ ਇਸ ਮਾਸ ਦੇ ਲੁੱਥੜੇ ਜੀਵ ਨੂੰ ਉਹ ਆਪ ਰੱਖਿਆ ਕਰਦਾ ਹੈ। ਉਸ ਪਰਿਪੂਰਨ ਪਰਮਾਤਮਾ ਨੇ ਕਹਿੰਦੇ ਸਾਡੀ ਵੀ ਇਸੇ ਤਰ੍ਹਾਂ ਪ੍ਰਤਪਾਲਣਾ ਕੀਤੀ, ਆਪਣੇ ਬਾਲਕ ਆਪ ਰੱਖੇ ਹਨ। ਪਾਰ ਬ੍ਰਹਮ ਗੁਰਦੇਵ, ਉਹ ਭਾਵੇਂ ਸੰਸਾਰ ਦੇ ਅੰਦਰ ਹੋਵੇ ਤਥਾ ਉਹ ਭਾਵੇਂ ਵਕਾਰਾਂ ਵਾਲੇ ਪਾਸੇ ਤੋਂ ਮਾਰਕ ਸੱਚੇ ਪਾਤਸ਼ਾਹ ਜੀਆਂ ਨੇ ਆਪ ਹੱਥ ਦੇ ਕੇ ਰੱਖਿਆ ਕੀਤੀ ਹੋਵੇ, ਪਾਰ ਬ੍ਰਹਮ ਗੁਰਦੇਵ ਉਸ ਪਰਿਪੂਰਨ ਪਰਮਾਤਮਾ ਮਾਲਕ ਜੀ ਨੇ ਸਾਡੀ ਆਪ ਰੱਖਿਆ ਕੀਤੀ ਹੈ। ਸੁਖ ਸ਼ਾਂਤ ਸਹਿਜ ਆਨੰਦ ਪਾਏ, ਪੂਰਨ ਭਈ ਸੇਵਾ। ਤੇ ਮਾਲਕ ਜੀ ਨੇ ਕਿਰਪਾਲਤਾ ਕੀਤੀ, ਜਿੱਥੇ ਹੱਥ ਦੇ ਕੇ ਰੱਖਿਆ ਕੀਤੀ। ਸੁਖ ਸ਼ਾਂਤ ਸਹਿਜ ਆਨੰਦ ਭਏ, ਪੂਰਨ ਭਈ ਸੇਵ ਕਾਲ ਥਾਏ ਪਈ ਮਾਲਕ ਜੀ ਦੇ ਘਰ ਤਥਾ ਇਹਦੇ ਵਟੇ। ਮਾਲਕ ਜੀ ਨੇ ਸੁਖ ਸ਼ਾਂਤੀ ਅੰਦਰ ਦਾ ਟਿਕਾ, ਸਹਿਜ ਆਨੰਦ ਭਏ, ਇਹ ਮਾਲਕ ਜੀ ਨੇ ਰਹਿਮਤ ਕਰਕੇ ਸਾਡੀ ਝੋਲੀ ਵਿੱਚ ਪਾਇਆ ਹੈ। ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਪਾਵਨ ਪਵਿੱਤਰ ਇਹ ਜਿਹੜੇ ਬਚਨ ਹਨ ਕਿ ਸੁਖ ਸ਼ਾਂਤ ਸਹਿਜ ਆਨੰਦ ਭਏ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਬਚਨ ਹਨ, ਸੁਖ ਨਾਹੀ ਬਹੁਤਾ ਧਨ ਖਾਟੇ, ਸੁਖ ਨਾਹੀ ਪੇਖੇ ਨਿਰਤ ਨਾਟੇ। ਕਿਸੇ ਨੇ ਸੋਚਿਆ ਵੀ ਹੋ ਸਕਦਾ ਹੈ ਸੁਖ ਦਾ ਟਿਕਾਣਾ ਬਹੁਤਾ ਧਨ ਹੋਵੇ, ਜਾਂ ਇਉਂ ਕਈ ਵਾਰੀ ਸੋਚ ਲਿਆ ਵੀ ਹੋ ਸਕਦਾ ਹੈ ਬਹੁਤ ਜ਼ਿਆਦਾ ਧਨ ਕੋਲ ਹੋਵੇ ਤੇ ਇਹੋ ਹੀ ਸੁਖੀ ਰਹਿਣ ਦਾ ਇੱਕ ਸਾਧਨ ਹੈ। ਪਰ ਜਦੋਂ ਬੰਦਾ ਸੁਖੀ ਨਾ ਹੋਇਆ ਫਿਰ ਉਹਨੇ ਕਿਹਾ ਵੀ ਚਲੋ ਕੋਈ ਨਾਟਕ ਚੇਟਕ ਵੇਖ ਲਈਏ। ਮਹਾਰਾਜ ਕਹਿਣ ਲੱਗੇ ਭਾਈ ਨਾਟਕ ਚੇਟਕਾਂ ਦੇ ਅੰਦਰ ਵੀ ਸੁਖ ਨਹੀਂ ਹੈ। ਫਿਰ ਬੰਦੇ ਸੋਚਿਆ ਵੀ ਚਲੋ ਕਿਉਂ ਨਾ ਦੂਰ ਦਰਾਡੇ ਕਿਸੇ ਥਾਂ ਤੇ ਘੁੰਮ ਕੇ ਆਈਏ, ਕੋਈ ਦੇਸ਼ ਭ੍ਰਮਣ ਕਰਕੇ ਆਈਏ, ਹੋਰ ਦੂਰ ਦਰਾਡੇ ਥਾਵਾਂ ਰਟਨ ਕਰਕੇ ਆਈਏ। ਬੰਦੇ ਨੇ ਉਹ ਵੀ ਕੀਤਾ। ਮਹਾਰਾਜ ਕਹਿੰਦੇ ਸੁਖ ਨਾਹੀ ਬਹੁ ਦੇਸ਼ ਭਰਮਾਏ, ਬਹੁਤ ਜ਼ਿਆਦੀਆਂ ਥਾਵਾਂ ਵੀ ਘੁੰਮ ਲਈਆਂ। ਪਰ ਮਹਾਰਾਜ ਕਹਿੰਦੇ ਭਾਈ ਜੇ ਸੁਖ ਚਾਹੁੰਦਾ ਹੈ ਜੀਵਨ ਦੇ ਅੰਦਰ, ਪਰਿਪੂਰਨ ਪਰਮਾਤਮਾ ਮਾਲਕ ਜੀਆਂ ਦੇ ਨਾਮ ਦੇ ਅੰਦਰ ਸਦੀਵੀ ਸੁਖ ਹੈ। ਸੁਖ ਸ਼ਾਂਤ ਸਹਿਜ ਆਨੰਦ ਭਏ, ਪੂਰਨ ਭਈ ਸੇਵ। ਮਾਲਕ ਜੀਆਂ ਨੇ ਰਹਿਮਤ ਕੀਤੀ, ਕਾਲ ਥਾਏ ਪਈ ਤਥਾ ਇਹ ਸਾਨੂੰ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਰਹਿਮਤ ਕਰਕੇ ਜੀਵਨ ਦੇ ਅੰਦਰ ਇਹ ਸਾਨੂੰ ਅਮੋਲਕ ਦਾਤ ਬਖਸ਼ਿਸ਼ ਕੀਤੀ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਮੁਬਾਰਕ ਪਾਵਨ ਪਵਿੱਤਰ ਜੀਵਨ ਕਾਲ ਦੇ ਅੰਦਰ ਭਾਈ ਮਨਸੁਖ ਵਰਗੇ ਜਿਹੜੇ ਵਪਾਰੀ ਦੂਰ ਦਰਾਡੇ ਤੱਕ ਵਪਾਰ ਕਰਨ ਹਿਤ ਜਾਂਦੇ ਸਨ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀਆਂ ਨੇ ਭਾਈ ਮਨਸੁਖ ਹੋਣਾ ਦਾ ਨਾਮ ਆਪਣੀ ਰਤਨਾਵਲੀ ਦੇ ਅੰਦਰ ਉਹਦੇ ਵਿੱਚ ਅੰਕਿਤ ਵੀ ਕੀਤਾ ਹੈ। ਰਾਜੇ ਸ਼ਿਵਨਾਭ ਦੇ ਕੋਲ ਗਏ, ਭਾਈ ਮਨਸੁਖ ਨੇ ਉਸ ਵਕਤ ਉੱਥੇ ਜਾ ਕੇ ਸਿੰਗਲਾਦੀਪ ਦੀ ਧਰਤੀ ਤੇ ਭੋਜਨ ਪ੍ਰਸ਼ਾਦ ਪਕਾਇਆ। ਵਿਸਥਾਰ ਵਿੱਚ ਨਾ ਜਾਵਾਂ। ਰਾਜੇ ਦੇ ਸਿਪਾਹੀਆਂ ਨੇ ਪਕੜ ਲਿਆ ਕਿ ਤੈਨੂੰ ਪਤਾ ਨਹੀਂ ਕਿ ਸਾਰਾ ਸ਼ਹਿਰ ਵਰਤੀ ਹੈ, ਵਰਤ ਰੱਖ ਰਿਹਾ ਹੈ, ਤੇ ਤੁਸਾਂ ਨੇ ਲੰਗਰ ਪ੍ਰਸ਼ਾਦ ਕਿਉਂ ਪਕਾਉਣ ਵਾਸਤੇ ਚੁੱਲ੍ਹਾ ਕਿਉਂ ਬਾਲਿਆ ਹੈ, ਧੂਆਂ ਕਿਉਂ ਕੀਤਾ। ਭਾਈ ਮਨਸੁਖ ਨੂੰ ਪਕੜ ਲਿਆ।
ਭਾਈ ਮਨਸੁਖ ਨੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੰਗਤ ਪ੍ਰਾਪਤ ਸੀ, ਮਹਾਰਾਜ ਜੀਆਂ ਦੀ ਰਹਿਮਤ ਸੀ। ਪਕੜ ਕਰਕੇ ਇੱਕ ਕਾਲ ਕੋਠੜੀ ਦੇ ਅੰਦਰ ਬੰਦ ਕਰ ਦਿੱਤਾ ਭਾਈ ਮਨਸੁਖ ਜੀ ਨੂੰ। ਅੱਧੀ ਰਾਤ ਬਤੀਤ ਹੋਈ। ਰਾਜਾ ਆਪਣੇ ਮਹਿਲਾਂ ਦੇ ਅੰਦਰ ਬੇਸ਼ਕੀਮਤੀ ਆਸਨਾਂ ਦੇ ਉੱਪਰ ਪਾਸੇ ਪਿਆ ਮਾਰ ਰਿਹਾ ਹੈ। ਅਜੇ ਨੀਂਦ ਨਹੀਂ ਆ ਰਹੀ, ਅੰਦਰ ਚੈਨ ਨਹੀਂ ਹੈ। ਸਾਰਾ ਕੁਝ ਹੋਣ ਦੇ ਬਾਵਜੂਦ ਵੀ ਬੜਾ ਧਨ ਪਦਾਰਥ ਕੋਲ ਹੈ, ਸਾਰੇ ਐਸ਼ੋ ਆਰਾਮ ਦੇ ਸਾਧਨ ਕੋਲ ਹਨ, ਖਾਣ ਪੀਣ ਵਾਸਤੇ ਹਰ ਇੱਕ ਤਰ੍ਹਾਂ ਦਾ ਪਦਾਰਥ ਕੋਲ ਹੈ, ਪਰ ਅਜੇ ਚੈਨ ਨਹੀਂ ਆਇਆ, ਨੀਂਦ ਨਹੀਂ ਆਈ। ਇੰਨੇ ਨੂੰ ਮਧੁਰ ਬੋਲ ਕੰਨਾਂ ਵਿੱਚ ਪਏ, ਮਿੱਠੀ ਆਵਾਜ਼ ਕੰਨਾਂ ਵਿੱਚ ਪਈ। ਬੜਾ ਜਿਵੇਂ ਅੰਦਰ ਨੂੰ ਸਕੂਨ ਮਿਲਦਾ ਹੋਵੇ ਉਹਨਾਂ ਬੋਲਾਂ ਦੇ ਨਾਲ। ਤੇ ਮਨੇ ਮਨ ਸੋਚਣ ਲੱਗਾ, ਮਣਾ ਆ ਜਿਸ ਬੰਦੇ ਦੀ ਆਵਾਜ਼ ਹੈ, ਜਿੱਥੋਂ ਇਹ ਆਵਾਜ਼ ਆ ਰਹੀ ਹੈ, ਇਹ ਬੰਦਾ ਕਿੱਡਾ ਸੁਖੀ ਹੋਵੇਗਾ, ਇਹ ਕਿੰਨਾ ਬੰਦਾ ਚੈਨ ਨਾਲ ਜੀਵਤ ਜਿਉਂਦਾ ਹੋਵੇਗਾ। ਬਾਹਰ ਪਹਿਰੇ ਦੇ ਉੱਪਰ ਜੋ ਦਰਬਾਨ ਖਲੋਤੇ ਹਨ, ਸੰਤਰੀ ਖਲੋਤੇ ਹਨ, ਆਵਾਜ਼ ਦਿੱਤੀ ਕਿ ਜਾਓ ਤੁਸੀਂ ਜਿੱਥੋਂ ਇਹ ਆਵਾਜ਼ ਆ ਰਹੀ ਹੈ ਪਤਾ ਕਰਕੇ ਆਓ ਕਿ ਆਵਾਜ਼ ਆ ਕਿੱਥੋਂ ਰਹੀ ਹੈ। ਸੰਤਰੀ ਆਵਾਜ਼ ਦੀ ਸੇਧ ਦੇ ਅੰਦਰ ਉਸੇ ਪਾਸੇ ਨੂੰ ਤੁਰਿਆ ਗਿਆ ਤੇ ਜਾ ਕੇ ਪਤਾ ਕੀਤਾ ਕਿ ਇਹ ਤਾਂ ਉਹ ਹੀ ਮਨੁੱਖ ਹੈ ਜਿਸ ਨੂੰ ਰਾਜੇ ਨੇ ਰਾਜ ਨਿਯਮ ਤੋੜਨ ਦੇ ਜੁਰਮ ਦੇ ਅੰਦਰ ਇਹਨੂੰ ਕੈਦ ਕੀਤਾ ਹੈ। ਇਹ ਤਾਂ ਕਾਲ ਕੋਠੜੀ ਦੇ ਅੰਦਰ ਹੈ। ਰਾਜੇ ਸ਼ਿਵਨਾਭ ਨੂੰ ਆਣ ਕੇ ਇਹੋ ਉੱਤਰ ਦਿੱਤਾ, ਰਾਜਨ ਇਹ ਆਵਾਜ਼ ਤਾਂ ਹੋਰ ਕਿਤੋਂ ਨਹੀਂ, ਇਹ ਤਾਂ ਉਸ ਕੈਦੀ ਦੀ ਆਵਾਜ਼ ਹੈ। ਉਹ ਗਾ ਰਿਹਾ ਹੈ ਜਿਹਨੂੰ ਤੁਸਾਂ ਨੇ ਕਾਲ ਕੋਠੜੀ ਵਿੱਚ ਬੰਦ ਕਰਨ ਦਾ ਹੁਕਮ ਦਿੱਤਾ ਸੀ। ਇਹ ਤਾਂ ਉਸ ਦੀ ਆਵਾਜ਼ ਹੈ। ਕਹਿੰਦੇ ਬੁਲਾ ਕੇ ਲਿਆਓ। ਬੁਲਾ ਕੇ ਲੈ ਕੇ ਆਂਦਾ ਭਾਈ ਮਨਸੁਖ ਨੂੰ ਤੇ ਆਣ ਕੇ ਇਹੋ ਪੁੱਛਿਆ, ਕਹਿੰਦੇ ਮੈਂ ਇੱਕ ਆਪਣੇ ਹਰ ਤਰ੍ਹਾਂ ਦੇ ਸੁਖਾਂ ਦੇ ਉੱਪਰ, ਆਸਨਾਂ ਦੇ ਉੱਪਰ, ਐਸ਼ੋ ਆਰਾਮ ਦੇ ਆਸਨਾਂ ਦੇ ਉੱਪਰ ਹਾਂ, ਮੇਰੇ ਕੋਲ ਇੰਨਾ ਚੈਨ ਨਹੀਂ। ਤੁਹਾਨੂੰ ਕਾਲ ਕੋਠੜੀ ਦੇ ਅੰਦਰ ਤੈਨੂੰ ਸੁੱਟਿਆ ਹੋਇਆ ਹੈ, ਕੋਈ ਵੀ ਉੱਥੇ ਚਾਨਣ ਦਾ ਪ੍ਰਬੰਧ ਨਹੀਂ, ਕਿਸੇ ਤਰ੍ਹਾਂ ਦਾ ਵੀ ਕੋਈ ਉੱਥੇ ਸੁਖਾਂ ਦਾ ਸਾਧਨ ਨਹੀਂ। ਇੰਨਾ ਚੈਨ ਕਿਵੇਂ, ਇੰਨਾ ਅੰਦਰ ਟਿਕਿਆ ਕਿਵੇਂ ਹੈ? ਅੱਗੋਂ ਉੱਤਰ ਦਿੱਤਾ ਕਿ ਮੈਂ ਜਿਸ ਮਾਲਕ ਜੀ ਦੇ ਪਾਵਨ ਪਵਿੱਤਰ ਬੋਲਾਂ ਦੇ ਆਸਰੇ, ਗੁਰੂ ਦੀ ਪਾਵਨ ਪਵਿੱਤਰ ਬਾਣੀ ਦੇ ਆਸਰੇ ਟਿਕਿਆ ਹਾਂ, ਇਹ ਪਾਵਨ ਪਵਿੱਤਰ ਬਾਣੀ ਮੈਨੂੰ ਡੋਲਣ ਨਹੀਂ ਦਿੰਦੀ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਟਿਕਾ ਬਾਹਰ ਦਾ ਨਹੀਂ। ਐਸਾ ਨਹੀਂ ਕਿ ਕੇਵਲ ਬਾਹਰ ਹੀ ਸੁਖ ਪਦਾਰਥ ਹੋਣ ਤੇ ਬੰਦਾ ਕਵੇ ਵੀ ਹਾਂ ਟਿਕਿਆ ਹੋਇਆ ਹੈ। ਘਰ ਸੁਖ ਵਸਿਆ, ਬਾਹਰ ਸੁਖ ਪਾਇਆ, ਅੰਤਰੀਵ ਉਹਨਾਂ ਦੇ ਸੁਖ ਹੈ। ਭਾਈ ਮਨਸੁਖ ਦੇ ਅਜਿਹੇ ਪਾਵਨ ਪਵਿੱਤਰ ਬੋਲਾਂ ਨੂੰ ਸਰਵਣ ਕਰਕੇ ਰਾਜਾ ਸ਼ਿਵਨਾਭ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਚਰਨਾਂ ਦਾ ਭੌਰਾ ਬਣਿਆ। ਬਾਅਦ ਵਿੱਚ ਜਾ ਕੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਰਾਜੇ ਸ਼ਿਵਨਾਭ ਨੂੰ ਵੀ ਦਰਸ਼ਨ ਦਿਦਾਰ ਜਾ ਕੇ ਦਿੱਤੇ ਸਿੰਗਲਾ ਦੀਪ ਦੀ ਧਰਤੀ ਤੇ। ਇਹ ਗੁਰਮੁਖੋ ਉਹਨਾਂ ਦਾ ਜੀਵਨ ਹੈ ਜਿਹੜੇ ਅੰਤਰੀਵ ਤੌਰ ਤੇ ਆਪ ਟਿਕੇ ਹੋਏ ਹਨ। ਕਈ ਵਾਰ ਬੰਦੇ ਕੋਲ ਹਰ ਇੱਕ ਸੁਖ ਪਦਾਰਥ ਹੋਣ, ਬੰਦਾ ਭਾਵੇਂ ਉਹਨਾਂ ਨੂੰ ਭੋਗਦਾ ਵੀ ਹੋਵੇ, ਕਈ ਵਾਰ ਤਾਂ ਵੀ ਉਹ ਦੁਖੀ ਹੈ। ਵੇਖਣ ਵਾਲੇ ਨੂੰ ਜਾਪੇਗਾ ਵੀ ਇਹਦੇ ਕੋਲ ਤਾਂ ਹਰ ਤਰ੍ਹਾਂ ਦੇ ਪਦਾਰਥ ਹਨ, ਭਾਈ ਇਹ ਦੁਖੀ ਕਿਉਂ ਹੈ? ਪਰ ਭਾਈ ਉਹ ਤਾਂ ਕੇਵਲ ਬਾਹਰੀ ਤੌਰ ਤੇ ਸੁਖ ਦੇਣ ਵਾਲੇ ਪਦਾਰਥ ਹਨ। ਅੰਤਰੀਵ ਤੌਰ ਤੇ ਹੋ ਸਕਦਾ ਹੈ ਬੰਦਾ ਅੰਦਰੋਂ ਟੁੱਟਾ ਹੋਵੇ, ਉਹ ਚਿੰਤਾਤੁਰ ਹੋਵੇ। ਤੇ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਰਹਿਮਤ ਕੀਤੀ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਹਿਣ ਲੱਗੇ ਕਿ ਆਪਣੇ ਬਾਲਕ ਆਪ ਰੱਖਿਆਨ, ਪਾਰ ਬ੍ਰਹਮ ਗੁਰਦੇਵ, ਸੁਖ ਸ਼ਾਂਤ ਸਹਿਜ ਆਨੰਦ ਪਏ। ਇਹ ਮਾਲਿਕ ਜੀ ਨੇ ਦਾਤਾਂ ਦਿੱਤੀਆਂ, ਅੰਦਰ ਦਾ ਟਿਕਾਓ ਦਿੱਤਾ ਹੈ, ਸ਼ਾਂਤੀ ਬਖਸ਼ਿਸ਼ ਕੀਤੀ, ਆਨੰਦ ਬਖਸ਼ਿਸ਼ ਕੀਤਾ, ਤਥਾ ਇਹ ਸਹਿਜ ਬਖਸ਼ਿਸ਼ ਦਿੱਤਾ ਹੈ।
ਹੁਣ ਗੁਰਮੁਖੋ ਭਾਵੇਂ ਕਿ ਇਹਨਾਂ ਦੀ ਵਿਆਖਿਆ ਆਪਾਂ ਜ਼ਬਾਨੀ ਕਲਾਮੀ ਤੌਰ ਤੇ ਕਰੀਏ ਵੀ ਸਹਿਜ ਇਸ ਨੂੰ ਕਹਿੰਦੇ ਹਨ, ਆਨੰਦ ਦੀ ਇਹ ਵਿਆਖਿਆ ਹੈ। ਬਾਬਾ ਕਬੀਰ ਸਾਹਿਬ ਜੀ ਨੂੰ ਪੁੱਛਿਆ, ਕਹਿੰਦੇ ਭਾਈ ਇਹਨਾਂ ਦੀ ਕੀ ਵਿਆਖਿਆ? ਬਾਬਾ ਜੀ ਦੇ ਬਚਨ ਹਨ, ਕਹੋ ਕਬੀਰ ਗੂੰਗਾ ਗੁੜ ਖਾਇਆ, ਪੁੱਛੇ ਤੇ ਕਿਆ ਕਹੀਐ। ਕਿਸੇ ਗੂੰਗੇ ਮਨੁੱਖ ਨੇ ਗੁੜ ਖਾ ਲਿਆ, ਭਾਈ ਉਹਨੂੰ ਉਹਦਾ ਰਸ ਪੁੱਛਿਆ ਤੇ ਉਹ ਕੀ ਦੱਸ ਸਕਦਾ ਹੈ? ਮਹਾਰਾਜ ਜੀਆਂ ਦਾ ਸ਼ਬਦ ਹੈ, ਸਤਿਗੁਰੂ ਜੀ ਦਾ ਸ਼ਲੋਕ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ, ਕਿ ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼। ਅੰਤਰ ਸਹਿਜ ਹੈ ਦੀ ਵਿਆਖਿਆ ਕੀਤੀ। ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼। ਤਿੱਥੈ ਊਂਗ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ। ਨਾਨਕ ਦੁਖ ਸੁਖ ਵਿਆਪਤ ਨਹੀਂ, ਜਿੱਥੈ ਆਤਮ ਰਾਮ ਪਰਗਾਸ। ਮਹਾਰਾਜ ਕਹਿੰਦੇ ਨਾ ਉੱਥੇ ਦੁੱਖ ਹੈ, ਨਾ ਉੱਥੇ ਸੁਖ ਹੈ, ਨਾ ਹੀ ਉੱਥੇ ਊਂਗ ਹੈ, ਨਾ ਹੀ ਉੱਥੇ ਭੁੱਖ ਹੈ। ਮਨ ਚੜਿਆ ਦਸਵੇਂ ਆਕਾਸ਼, ਤਿੱਥੈ ਊਂਗ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ। ਨਾਨਕ ਦੁਖ ਸੁਖ ਵਿਆਪਤ ਨਹੀਂ, ਜਿੱਥੈ ਆਤਮ ਰਾਮ ਪਰਗਾਸ। ਉਹ ਭਾਵੇਂ ਆਰਿਆਂ ਦੇ ਹੇਠਾਂ ਬੈਠੇ ਹੋਣ ਤੇ ਭਾਵੇਂ ਸਾਹਮਣੇ ਜਲਾਦ ਟਕੂਏ ਲੈ ਕੇ ਬੈਠਾ ਹੋਵੇ, ਉਹ ਕੀਮਾ ਕਰਨ ਵਾਸਤੇ ਤਿਆਰ ਬੈਠਾ ਹੋਵੇ, 80 ਸਾਲ ਦੇ ਬਜ਼ੁਰਗ ਉਹਨੂੰ ਪੋਟਾ ਪੋਟਾ ਦੱਸਣ ਸਰੀਰ ਨੂੰ ਵੀ ਪੋਟਾ ਪੋਟਾ ਕੀ ਹੈ, ਉਹ ਦੱਸਦੇ ਪਏ ਹੁਣ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਵਰਗੇ, ਸਤਿਕਾਰਯੋਗ ਭਾਈ ਸਾਹਿਬ ਭਾਈ ਦਇਆਲਾ ਜੀ ਦੇ ਵਰਗੇ, ਭਾਈ ਸਾਹਿਬ ਭਾਈ ਮਤੀ ਦਾਸ ਸਤੀ ਦਾਸ। ਉਹਨਾਂ ਵਾਸਤੇ ਉਹ ਵੀ ਸੁਖ ਹੈ ਜੇ ਬਾਣੀ ਸੰਗ ਜੁੜੇ ਹੋਏ ਹਨ, ਉਹਨਾਂ ਵਾਸਤੇ ਉਹ ਹੀ ਸੁਖ ਹੈ। ਮਹਾਰਾਜ ਜੀਆਂ ਨੇ ਤਾਂ ਕਈ ਸ਼ਬਦ ਅਜਿਹੇ ਹਨ ਪਾਵਨ ਪਵਿੱਤਰ ਬਾਣੀ ਵਿੱਚ, ਮਾਝ ਕੀ ਵਾਰ ਵਿੱਚ ਪਾਤਸ਼ਾਹ ਜੀ ਦੇ ਸ਼ਲੋਕ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ, ਕਿ ਹੇ ਪਰਿਪੂਰਨ ਪਰਮਾਤਮਾ, ਜੇ ਦੇਹੈ ਦੁਖ ਲਾਈਐ, ਪਾਪ ਗ੍ਰਹਿ ਦੁਇਰਾ, ਰਤ ਪੀਣੇ ਰਾਜੇ ਸਿਰੈ ਉਪਰ ਰੱਖੀਐ, ਏਵੈ ਜਾਪੈ ਭਾਉ, ਭੀ ਤੂੰ ਹੈ ਸਾ ਲਾਹਣਾ, ਆਖਣ ਲਹਿ ਨਾ ਚਾਓ। ਇੱਕ ਅਤਿਅੰਤ ਜਦੋਂ ਬੰਦਾ ਮਹਾਰਾਜ ਗੁਰੂ ਨਾਨਕ ਦੇਵ ਪਾਤਸ਼ਾਹ ਲੱਗੇ ਕਹਿਣ, ਮੰਨ ਲਓ ਪ੍ਰਮਾਤਮਾ ਮੇਰੀ ਦੇਹੀ ਨੂੰ ਦੁੱਖ ਲੱਗ ਗਿਆ, ਭਿਅੰਕਰ ਰੋਗ ਲੱਗ ਗਿਆ, ਵੈਦਾਂ ਨੇ ਜਵਾਬ ਦੇ ਦਿੱਤਾ ਵੀ ਬੰਦਾ ਠੀਕ ਨਹੀਂ ਹੋ ਸਕਦਾ, ਸਾਰੇ ਪਾਸਿਓਂ ਜਵਾਬ ਹੋ ਜਾਏ, ਜੇ ਦੇਹੈ ਦੁੱਖ ਲਾਈਐ। ਅੱਗੇ ਕਿਹਾ ਪਾਪ ਗ੍ਰਹਿ ਦੁਇਰਾ, ਜਿਹੜੇ ਜਿਨ੍ਹਾਂ ਨੂੰ ਲੋਕ ਕਹਿੰਦੇ ਨੇ ਵੀ ਤੇਰੇ ਗ੍ਰਹਿ ਪੁੱਠੇ ਹਨ, ਮਹਾਰਾਜ ਕਹਿੰਦੇ ਮੰਨ ਲਓ ਮੇਰੇ ਗ੍ਰਹਿ ਵੀ ਪੁੱਠੇ ਹੋ ਗਏ, ਸਰੀਰ ਨੂੰ ਰੋਗ ਵੀ ਲੱਗ ਗਿਆ, ਗ੍ਰਹਿ ਵੀ ਮੇਰੇ ਪੁੱਠੇ ਹੋ ਗਏ। ਤੇ ਕਹਿੰਦੇ ਜਿਹੜਾ ਸਮਕਾਲੀ ਰਾਜਾ ਸੀ ਉਹ ਵੀ ਮੈਨੂੰ ਦੁੱਖ ਦੇਣ ਵਾਸਤੇ ਚੜ ਕੇ ਆ ਗਿਆ, ਰਤ ਪੀਣੇ ਰਾਜੇ ਸਿਰਾ ਉੱਪਰ ਰੱਖੀ ਹੈ। ਤੇ ਪਾਤਸ਼ਾਹ ਜੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਲੱਗੇ ਕਹਿਣ, ਭੀ ਤੂੰ ਹੈ ਸਾ ਲਾਹਣਾ, ਆਖਣ ਲਹਿ ਨਾ ਚਾਓ ਮਾਲਕਾ, ਇੰਨੀ ਕਿਰਪਾ ਕਰੀ ਮੈਂ ਤਾਂ ਵੀ ਤੇਰੇ ਨਾਮ ਤੋਂ ਦੂਰ ਨਾ ਹੋਵਾਂ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਇਹ ਸ਼ਾਂਤੀ ਇਹ ਸੁਖ ਮਹਾਰਾਜ ਸੱਚੇ ਪਾਤਸ਼ਾਹ ਇਹਦੀ ਪਏ ਵਿਆਖਿਆ ਕਰ ਰਹੇ ਹਨ। ਸਹਿਜ ਆਨੰਦ ਪਏ ਪੂਰਨ ਭਈ ਸੇਵ ਮਾਲਕ ਜੀ, ਕਾਲ ਥਾਏ ਪਈ ਹੈ ਆਪ ਜੀ ਨੇ ਰਹਿਮਤ ਕੀਤੀ ਹੈ। ਰਹਾਉ ਵਿਸ਼ਰਾਮ ਦੇ ਕੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਭਗਤ ਜਨਾ ਕੀ ਬੇਨਤੀ, ਸੁਣੀ ਪ੍ਰਭ ਆਪ। ਮੇਰੇ ਪ੍ਰਭੂ ਜੀਆਂ ਨੇ ਆਪਣੇ ਭਗਤ ਜਨਾਂ ਦੀ ਬੇਨਤੀ ਆਪ ਸੁਣੀ ਹੈ। ਪ੍ਰਭੂ ਜੀਆਂ ਨੇ ਭਗਤ ਜਨਾਂ ਕੀ ਬੇਨਤੀ, ਪ੍ਰਭੂ ਜੀਆਂ ਨੇ ਭਗਤਾਂ ਦੀ ਆਪਣ ਬੇਨਤੀ ਨੂੰ ਆਪ ਸੁਣਿਆ ਹੈ। ਤੇ ਜਦੋਂ ਭਗਤ ਜਨ ਬੇਨਤੀ ਕਰਨ ਤੇ ਮਹਾਰਾਜ ਜੀ ਪਾਵਨ ਪਵਿੱਤਰ ਬਾਣੀ ਵਿੱਚ ਰਹਿਮਤ ਕਰਦੇ ਹਨ ਕਿ ਉਹਨਾਂ ਦੀ ਬੇਨਤੀ ਨੂੰ ਪ੍ਰਭੂ ਆਪ ਜਿੱਥੇ ਸਰਵਣ ਕੀਤਾ ਤੇ ਜੋ ਜੋ ਕਹੈ ਠਾਕੁਰ ਪੈ ਸੇਵਕ ਤਤਕਾਲ ਹੋਇਆ ਵੈ।
ਜਦੋਂ ਭਗਤਾਂ ਨੇ ਬੇਨਤੀ ਕੀਤੀ ਮਾਲਕ ਜੀਆਂ ਨੂੰ ਤੇ ਮਾਲਕ ਜੀਆਂ ਨੇ ਤਤਕਾਲ ਦੇਰੀ ਵੀ ਨਹੀਂ ਲਾਈ ਉਹਨਾਂ ਦੀ ਬੇਨਤੀ ਨੂੰ ਜਾਂ ਉਹਨਾਂ ਦੇ ਹੁਕਮ ਨੂੰ ਕਹਿ ਲਈਏ, ਕਿਉਂਕਿ ਜਿਵੇਂ ਸਤਿਕਾਰਯੋਗ ਭਗਤ ਨਾਮਦੇਵ ਜੀ ਤਾਂ ਸ਼ਬਦ ਬਖਸ਼ਿਸ਼ ਕਰਦੇ ਹਨ, ਮੇਰੀ ਬਾਂਦੀ ਭਗਤ ਛੁਡਾਵੈ ਬਾਂਦੇ ਭਗਤ ਨਾ ਛੂਟੈ ਮੋਹੇ। ਇੰਨਾ ਸਤਿਕਾਰ ਭਗਤਾਂ ਦਾ ਕਿ ਮੇਰੀ ਬੰਨੀ ਹੋਈ ਨੂੰ ਤਾਂ ਭਗਤ ਜਨ ਛਡਾ ਸਕਦੇ ਹਨ, ਪਰ ਭਗਤ ਜਿਸ ਨੂੰ ਬੰਨ ਦੇਣ ਭਗਤਾਂ ਦੀ ਬੰਨੀ ਹੋਈ ਨੂੰ ਮੈਂ ਨਹੀਂ ਛਡਾ ਸਕਦਾ। ਭਾਵ ਇਹ ਪਰਿਪੂਰਨ ਪ੍ਰਮਾਤਮਾ ਜੀ ਦੇ ਵੱਲੋਂ ਭਗਤ ਜਨਾਂ ਕੀ ਬੇਨਤੀ ਸੁਣੀ ਪ੍ਰਭ ਆਪ। ਪ੍ਰਭੂ ਜੀਆਂ ਨੇ ਉਹ ਬੇਨਤੀ ਸੁਣੀ ਹੈ। ਰੋਗ ਮਿਟਾਏ ਜੀਵਾਲਿਆਂ ਜਾ ਕਾ ਵੱਡ ਪ੍ਰਤਾਪ। ਜਿਸ ਸਾਹਿਬ ਜੀ ਦਾ ਵੱਡਾ ਤੇਜ ਪ੍ਰਤਾਪ ਹੈ, ਜਿਸ ਸਾਹਿਬ ਜੀ ਦਾ ਤੇਜ ਪ੍ਰਤਾਪ ਹੈ, ਜਾ ਕਾ ਵੱਡ ਪ੍ਰਤਾਪ, ਐਸੇ ਪ੍ਰਭੂ ਜੀਆਂ ਨੇ ਰੋਗ ਮਿਟਾਏ ਜੀਵਾਲੀਆਂ, ਰੋਗ ਮਿਟਾਲ ਦਿੱਤੇ। ਕਿਹੜੇ ਕਿਹੜੇ ਰੋਗ ਹਨ ਸਾਧ ਸੰਗਤ ਜੀ? ਜਿਹੜੇ ਅੰਦਰ ਦੇ ਵੱਡੇ ਰੋਗ ਲੱਗੇ ਹੋਏ ਹਨ, ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼, ਪੰਚ ਦੋਖ ਅਸਾਧ ਜਾਮੈ ਤਾਂ ਕੀ ਕੇਤਕ ਆਸ। ਭਗਤ ਰਵਿਦਾਸ ਸਾਹਿਬ ਜੀ ਉਹਨਾਂ ਨੇ ਰਹਿਮਤ ਕੀਤੀ, ਕਹਿੰਦੇ ਇਹਨਾਂ ਨੂੰ ਤਾਂ ਇੱਕ ਇੱਕ ਰੋਗ ਨੇ ਘੇਰਿਆ ਹੋਇਆ ਹੈ। ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ, ਮ੍ਰਿਗ ਨੂੰ ਘੰਡੇ ਹੇੜੇ ਦੀ ਆਵਾਜ਼, ਪਤੰਗੇ ਨੂੰ ਭੌਰੇ ਨੂੰ, ਕਹਿੰਦੇ ਉਹਨਾਂ ਨੂੰ ਸਾਰਿਆਂ ਨੂੰ ਇੱਕ ਇੱਕ ਰੋਗ ਨੇ ਘੇਰਿਆ ਹੈ। ਤੇ ਫਿਰ ਮਨੁੱਖ ਤੇ ਆਏ, ਕਹਿਣ ਲੱਗੇ ਇਹਨੂੰ ਤਾਂ ਪੰਜਾਂ ਨੇ ਘੇਰਿਆ ਹੈ, ਇਹਦੇ ਬਚਣ ਦੀ ਆਸ ਕਿੱਥੋਂ ਹੈ। ਪੰਚ ਦੋਖ ਆਸਾਦ, ਉਹ ਵੀ ਉਤੋਂ ਆਸਾਦ ਸ਼ਬਦ ਕਹਿ ਦਿੱਤਾ ਵੀ ਜਿਹੜੇ ਨਾ ਸਾਧੇ ਜਾਣ ਤਾਂ ਕੀ ਕੇਤਕ ਆਸ, ਉਹਦੇ ਬਚਨ ਦੀ ਆਸ ਕਿੱਥੋਂ ਹੈ। ਦੋਖ ਹਮਾਰੇ ਬਖਸ਼ੀਆਂ, ਮਾਲਕ ਜੀਆਂ ਨੇ ਰਹਿਮਤ ਕੀਤੀ, ਰੋਗ ਮਿਟਾਏ ਜੀਵਾਲੀਆਂ, ਰੋਗ ਮਿਟਾਲ ਦਿੱਤੇ। ਜਿਹੜੇ ਆ ਅੰਦਰ ਦੇ ਭਿਅੰਕਰ ਰੋਗ ਸਨ, ਜਿਹੜੇ ਸਾਧੇ ਨਹੀਂ ਸਨ ਜਾਂਦੇ, ਮਾਲਕ ਜੀਆਂ ਨੇ ਕਿਰਪਾਲਤਾ ਕੀਤੀ, ਉਹਨਾਂ ਰੋਗਾਂ ਤੋਂ ਹੱਥ ਦੇ ਕੇ ਮਾਲਕ ਜੀਆਂ ਨੇ ਆਪ ਉਹ ਰੋਗ ਮਿਟਾਲ ਦਿੱਤੇ। ਜੀਵਾਲੀਆਂ ਤਥਾ ਆਤਮਿਕ ਜੀਵਨ ਵੱਲੋਂ ਜੀਵਾਲ ਦਿੱਤਾ ਹੈ। ਆਤਮਿਕ ਜੀਵਨ ਵੱਲੋਂ ਸਾਨੂੰ ਜੀਵਤ ਕਰ ਦਿੱਤਾ ਹੈ। ਜਿਸ ਪਾਸਿਓਂ ਮਰੇ ਹੋਏ ਸਾਂ, ਮਾਲਕ ਜੀਆਂ ਨੇ ਉਧਰੋਂ ਰਹਿਮਤ ਕੀਤੀ, ਆਤਮਿਕ ਜੀਵਨ ਬਖਸ਼ ਦਿੱਤਾ ਹੈ। ਵਿਕਾਰਾਂ ਵੱਲੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਰੋਗ ਉਹ ਮਿਟਾਲ ਦਿੱਤੇ। ਜਿਹੜੇ ਭਿਅੰਕਰ ਰੋਗ ਸਨ, ਭਾਵੇਂ ਉਹ ਤਨ ਦੇ ਰੋਗ ਸਨ, ਭਾਵੇਂ ਉਹ ਅੰਦਰ ਦੇ ਮਨ ਦੇ ਰੋਗ ਸਨ, ਮਾਲਕ ਜੀਆਂ ਨੇ ਉਹਨਾਂ ਨੂੰ ਖਤਮ ਕਰਕੇ ਸਾਨੂੰ ਆਤਮਿਕ ਜੀਵਨ ਬਖਸ਼ ਦਿੱਤਾ। ਜਾ ਕਾ ਵੱਡ ਪ੍ਰਤਾਪ ਕਹੀਏ, ਜਿਸ ਸਾਹਿਬ ਜੀ ਦਾ ਵੱਡਾ ਪ੍ਰਤਾਪ ਹੈ। ਦੋਖ ਹਮਾਰੇ ਬਖਸ਼ਿਆਨ ਆਪਣੀ ਕਲ ਧਾਰੀ। ਸਾਹਿਬ ਜੀ ਨੇ ਰਹਿਮਤ ਕੀਤੀ ਸ਼ਬਦ ਦੀਆਂ ਪਾਵਨ ਪਵਿੱਤਰ ਅਖੀਰ ਵਾਲੀਆਂ ਪੰਕਤੀਆਂ ਵਿੱਚ। ਦੋਖ ਹਮਾਰੇ ਬਖਸ਼ੀਆਂ ਆਪਣੀ ਕਲ ਧਾਰੀ, ਆਪਣੀ ਕਲਾ ਵਰਤਾ ਕੇ ਜਿਹੜੇ ਸਾਡੇ ਦੋਖ ਸਨ, ਵੱਡੇ ਵੱਡੇ ਦੋਖ ਸਨ, ਜਿਨ੍ਹਾਂ ਬਾਬਤ ਕਹਿ ਦਿੱਤਾ ਵੀ ਇਹ ਨਹੀਂ ਬਖਸ਼ੇ ਜਾਣੇ। ਬਾਬਾ ਕਬੀਰ ਸਾਹਿਬ ਜੀ ਦੇ ਤਾਂ ਪਾਵਨ ਪਵਿੱਤਰ ਬਚਨ ਹਨ, ਅਮਲ ਸਿਰਾਨੋ ਲੇਖਾ ਦੇਨਾ ਆਏ ਕਠਨ ਦੂਤ ਜਮ ਲੈਨਾ, ਕਿਆ ਤੈਂ ਖਟਿਆ ਕਹਾਂ ਗਵਾਇਆ ਚਲੋ ਸਿਤਾਬ ਦੀਵਾਨ ਬੁਲਾਇਆ। ਜਦੋਂ ਲੇਖਾ ਹੋਇਆ, ਮਾਲਕ ਜੀਆਂ ਨੇ ਰਹਿਮਤ ਕੀਤੀ, ਦੁੱਖ ਹਮਾਰੇ ਬਖਸ਼ੀਨ, ਸਾਡੇ ਦੁੱਖਾਂ ਨੂੰ ਬਖਸ਼ ਦਿੱਤਾ। ਭਾਈ ਸਾਹਿਬ ਭਾਈ ਵੀਰ ਸਿੰਘ ਜੀਆਂ ਨੇ ਇੱਕ ਕਵਿਤਾ ਲਿਖੀ, ਕਵਿਤਾ ਵਿੱਚ ਲਿਖਦੇ ਨੇ, ਤੂੰ ਪਾਪੀ ਕਹਿ ਕੇ ਪੰਡਤ ਜਿੰਦ ਸਕਾਈ।
ਬਖਸ਼ਣ ਵਾਲਾ ਮਿੱਤੋਂ ਬਾਹਰ ਅਸਾਂ ਮਿੱਤ ਵਿੱਚ ਪਾਈ। ਕਹਿੰਦੇ ਜਦੋਂ ਮੰਦਰੇ ਗਿਆ, ਮਸੀਤੀ ਗਿਆ, ਤੂੰ ਪਾਪੀ ਕਹਿ ਕੇ ਪੰਡਤ ਜਿੰਦ ਸਕਾਈ। ਕਹਿੰਦੇ ਪੰਡਤ ਨੇ ਵੀ ਤੂੰ ਆ ਪਾਪ ਕੀਤਾ ਹੈ, ਤੂੰ ਆ ਪਾਪ ਕੀਤਾ ਹੈ, ਮੇਰੀ ਜਿੰਦ ਸੁੱਕਣੇ ਪਾਈ। ਮੈਂ ਡਰਿਆ ਹੋਇਆ ਸਾਂ ਵੀ ਪਤਾ ਨਹੀਂ ਮੈਂ ਬਖਸ਼ਿਆ ਜਾਵਾਂ ਕਿ ਨਾ ਬਖਸ਼ਿਆ ਜਾਵਾਂ। ਪਰ ਕਹਿਣ ਲੱਗੇ ਬਖਸ਼ਣ ਵਾਲਾ ਮਿੱਤੋਂ ਬਾਹਰ, ਉਹ ਸਾਡੇ ਰੋਗਾਂ ਨੂੰ ਬਖਸ਼ਣ ਵਾਲਾ, ਸਾਡੇ ਗੁਨਾਹਾਂ ਨੂੰ ਮੁਆਫ ਕਰਨ ਵਾਲਾ, ਉਹਨੂੰ ਅਸਾਂ ਮਿੱਤ ਵਿੱਚ ਪਾਇਆ। ਮਿੱਤ ਵਿੱਚ ਪਾਇਆ ਭਾਵ ਵੀ ਅਸਾਂ ਉਹਦਾ ਇੱਕ ਘੇਰਾ ਨਿਯਤ ਕਰ ਦਿੱਤਾ ਵੀ ਉਹਦਾ ਪਰਮਾਤਮਾ ਦਾ ਏਡਾ ਕੁ ਘੇਰਾ ਹੈ ਜਿਹਦੇ ਬਾਬਤ ਸਾਨੂੰ ਗਿਆਨ ਨਹੀਂ, ਜਿਹਦੇ ਬਾਬਤ ਉਹਦੀਆਂ ਕਿਰਪਾ, ਉਹਦੀਆਂ ਮਾਲਕ ਦੀਆਂ ਬਖਸ਼ਿਸ਼ਾਂ ਨੂੰ ਆਪਾਂ ਇੱਕ ਥਾਂ ਦੇ ਵਿੱਚ, ਇੰਨੀ ਕੁ ਥਾਂ ਵਿੱਚ, ਥੋੜੀ ਜੀ ਜਗ੍ਹਾ ਦੇ ਵਿੱਚ ਆਪਾਂ ਨਿਯਤ ਕਰ ਦਿੱਤਾ, ਨਿਸ਼ਚਿਤ ਕਰ ਦਿੱਤਾ ਵੀ ਇੰਨੀਆਂ ਕੁ ਉਹਦੀਆਂ ਬਖਸ਼ਿਸ਼ਾਂ ਨੇ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀਆਂ ਨੇ ਵੀ ਇੱਕ ਪਾਵਨ ਪਵਿੱਤਰ ਕਵਿਤ ਦੇ ਅੰਦਰ ਉਸ ਪਰਿਪੂਰਨ ਪਰਮਾਤਮਾ ਦੇ ਗੁਣਾਂ ਨੂੰ ਗਾਇਆ। ਕਹਿਣ ਲੱਗੇ ਵੀ ਜਦੋਂ ਮੈਂ ਆਪਣੇ ਵੱਲੇ ਵੇਖਿਆ, ਮੈਂ ਆਪਣੇ ਗੁਨਾਹਾਂ ਵੱਲੇ ਵੇਖਿਆ ਤੇ ਮੈਂ ਡਰ ਗਿਆ ਵੀ ਮੈਂ ਕਿਸ ਤਰ੍ਹਾਂ ਭਵਸਾਗਰ ਤੋਂ ਪਾਰ ਹੋਵਾਂਗਾ। ਪਰ ਹੇ ਪਰਿਪੂਰਨ ਪਰਮਾਤਮਾ, ਜਦੋਂ ਮੈਂ ਆਪ ਜੀ ਦੀ ਵਿਸ਼ਾਲ ਹਿਰਦੇ ਨੂੰ ਤੱਕਿਆ ਤੇ ਮਨ ਨੂੰ ਆਸਰਾ ਆਇਆ ਕਿ ਬਖਸ਼ਣ ਵਾਲਾ ਵੱਡਾ ਹੈ, ਮੈਨੂੰ ਬਖਸ਼ ਲਏਗਾ। ਦੋਖ ਹਮਾਰੇ ਬਖਸ਼ਿਆਨ, ਉਸ ਸਾਹਿਬ ਜੀਆਂ ਨੇ ਸਾਡੇ ਦੋਖ, ਸਾਡੇ ਗੁਨਾਹਾਂ ਨੂੰ ਬਖਸ਼ ਦਿੱਤਾ ਆਪਣੀ ਕਲਾ ਵਰਤਾ ਕੇ। ਮਨ ਬਾਂਛਤ ਫਲ ਦਿੱਤੇ ਅਨ, ਨਾਨਕ ਬਲਿਹਾਰੀ। ਉਸ ਸਾਹਿਬ ਜੀਆਂ ਨੇ ਮਨ ਬਾਂਛਤ ਫਲ ਦਿੱਤੇ ਹਨ। ਮਨ ਇੱਛਤ ਫਲ ਮਾਲਕ ਜੀ ਨੇ ਦਿੱਤੇ ਹਨ। ਨਾਨਕ ਬਲਿਹਾਰੀ, ਜੋ ਅੰਦਰ ਦੀ ਮੁਰਾਦ ਸੀ ਉਹ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਅੰਦਰ ਦੀ ਮੁਰਾਦ ਨੂੰ ਪੂਰਿਆਂ ਕੀਤਾ। ਸਾਹਿਬ ਸੱਚੇ ਪਾਤਸ਼ਾਹ ਜੀ ਨੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ, ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਨੇ ਰਹਿਮਤ ਕੀਤੀ ਕਿ ਉਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਮਨ ਬਾਂਛਤ ਫਲ ਦਿੱਤੇ ਹਨ। ਨਾਨਕ ਬਲਿਹਾਰੀ, ਦਾਸ ਨਾਨਕ ਉਸ ਪਰਿਪੂਰਨ ਪਰਮਾਤਮਾ ਜੀ ਤੋਂ, ਉਸ ਸਾਹਿਬ ਜੀ ਤੋਂ ਵਾਰ ਨੇ, ਬਲਿਹਾਰ ਨੇ, ਲੱਖ ਬਰੀਆ ਐਸੇ ਮਾਲਕ ਜੀ ਤੋਂ ਵਾਰਨੇ ਜਾਂਦਾ ਹੈ, ਬਲਿਹਾਰ ਜਾਂਦਾ ਹੈ, ਜਿਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਆਪਣੇ ਬਾਲਕ ਨੂੰ, ਆਪਣੇ ਬੱਚਿਆਂ ਨੂੰ ਮਾਲਕ ਜੀਆਂ ਨੇ ਰਹਿਮਤਾਂ ਕਰਕੇ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਹੱਥ ਦੇ ਕਰਕੇ ਰੱਖਿਆ ਕੀਤੀ ਹੈ। ਸਾਧ ਸੰਗਤ ਜੀਓ, ਇਹ ਤਾਂ ਨੇ ਪਾਵਨ ਪਵਿੱਤਰ ਅੱਜ ਦੇ ਪਾਵਨ ਸ਼੍ਰੀ ਮੁਖਵਾਕ